ਸਤਿ ਸ਼੍ਰੀ ਅਕਾਲ। ਦੋ ਮਾਮਲੇ ਜਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਉਹ ਵੱਡੇ ਤੌਰ ਤੇ ਪੰਜਾਬ ਦੀ ਸਿਆਸਤ ਵਿੱਚ ਵੀ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਮ ਲੋਕਾਂ ਦੇ ਵਿੱਚ ਵੀ ਵੱਡੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਪਰ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਦੇਖਿਆ ਜਾਵੇ ਆਰੋਪੀ ਘਰ ਵਾਲਿਆਂ ਨੂੰ ਬਚਾਉਣ ਦੇ ਵਾਸਤੇ ਉਹਨਾਂ ਦੀਆਂ ਪਤਨੀਆਂ ਜੀ ਜਾਨ ਦੇ ਨਾਲ ਲੱਗੀਆਂ ਹੋਈਆਂ ਨੇ। ਇੱਕ ਪਾਸੇ ਜੇ ਦੇਖਿਆ ਜਾਵੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਹੈ, ਦੂਜੇ ਪਾਸੇ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਹੈ ਕਿ ਸੱਚ ਤਾਂ ਉਹਦੀ ਸਾਹਮਣੇ ਆਉਣਾ ਹੈ ਕਿ ਜਿਹੇ ਜਿਹੇ ਸੀਰੀਅਸ ਐਲੀਗੇਸ਼ਨ ਨੇ ਤਾਂ ਸੱਚ ਤੋਂ ਭਾਵ ਇਹ ਕਿ ਉਹ ਦੋਸ਼ੀ ਹੈਗੇ ਨੇ ਜਾਂ ਨਹੀਂ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣੀ ਆ। ਪਰ ਜਿਹੜੇ ਹਾਲਾਤ ਹੁਣ ਚੱਲ ਰਹੇ ਨੇ, ਇੱਕ ਪਾਸੇ SHO ਨਵਦੀਪ ਸਿੰਘ ਜਿਹੜੇ ਲਗਾਤਾਰ ਫਰਾਰ ਦੱਸੇ ਜਾ ਰਹੇ ਨੇ, ਉਹਨਾਂ ਦੀ ਘਰਵਾਲੀ ਦੇ ਮੁਤਾਬਕ ਉਹ ਲਾਪਤਾ ਨੇ। ਦੂਜੇ ਪਾਸੇ ਪਟਵਾਰੀ ਬਲਕਾਰ ਸਿੰਘ ਨੇ ਜਿਨ੍ਹਾਂ ਦੀ ਪਤਨੀ ਦੀ ਗੱਲ ਕੀਤੀ ਜਾਵੇ ਪ੍ਰਦੀਪ ਕੌਰ ਦੱਸਦੇ ਨੇ ਕਿ ਬਲਕਾਰ ਸਿੰਘ ਇੱਕ ਮਿਹਨਤਕਸ਼ ਸ਼ਖਸ ਨੇਗੇ ਜਿਨ੍ਹਾਂ ਦੇ ਉੱਤੇ ਅੱਜ ਸਾਰਾ ਹੀ ਭਾਰ, ਜਿਵੇਂ ਕਹਿੰਦੇ ਹੁੰਦੇ ਆ ਕਿ ਜਿਵੇਂ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਇੰਨਾ ਪੈਸਾ ਤੁਹਾਡਾ ਬੈਰੀ ਬਣ ਗਿਆ ਤਾਂ ਉਹ ਕਹਿੰਦੇ ਇੰਨਾ ਪੈਸਾ ਨਹੀਂ ਹੈਗਾ ਸਾਡੇ ਕੋਲੇ, ਜਿਹੜਾ ਕੁਝ ਜੁਟਾਇਆ ਉਹ ਮਿਹਨਤ ਦੇ ਨਾਲ ਜੁਟਾਇਆ। ਪਹਿਲਾਂ ਗੱਲ ਕਰੀਏ ਤਾਂ SHO ਨਵਦੀਪ ਸਿੰਘ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਨੇ ਕਿ ਉਹਨਾਂ ਦੇ ਕਰਕੇ ਜਿਹੜੇ ਮੁੰਡਿਆਂ ਨੇ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਜਾਂ ਦਰਿਆ ਦੇ ਵਿੱਚ ਛਾਲਾਂ ਮਾਰਤੀਆਂ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਗਏ ਸੀ ਜਿਹੋ ਜਿਹੀ ਕਰਤੂਤ SHO ਨੇ ਉਹਨਾਂ ਦੇ ਨਾਲ ਕੀਤੀ। ਪਰ ਦੂਜੇ ਪਾਸੇ ਜਦੋਂ ਦੇਖਦੇ ਹਾਂ ਉਹਨਾਂ ਦੀ ਪਤਨੀ ਜਦੋਂ ਉਹਨਾਂ ਦੀ ਡਿਸਮਿਸਲ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਆਉਂਦੇ ਨੇ ਅਤੇ ਇਸ ਚੀਜ਼ ਦਾ ਵੀ ਤਰਕ ਦਿੰਦੇ ਨੇ ਵੀ ਮੈਂ ਹੁਣ ਕਿਉਂ ਬਾਹਰ ਆਈ ਹਾਂ, ਕਿਉਂਕਿ ਕਹਿੰਦੇ ਜੌਬ ਦੇ ਵਿੱਚ ਬੰਦੇ ਹੋਣ ਦੇ ਸਮੇਂ ਸਾਡੇ ਜਿਹੜਾ ਪ੍ਰੋਟੋਕੋਲ ਆ ਉਹਦੇ ਵਿੱਚ ਆਉਂਦਾ ਨਹੀਂ ਵੀ ਅਸੀਂ ਕੋਈ ਪ੍ਰੋਟੈਸਟ ਕੋਈ ਗੱਲ ਇਸ ਤਰ੍ਹਾਂ ਦੀ ਸਾਹਮਣੇ ਰੱਖ ਸਕੀਏ। ਐਲੀਗੇਸ਼ਨ ਉਹਨਾਂ ਨੇ ਕਈ ਲਾਏ ਨੇ, ਖੈਰ ਤੁਸੀਂ ਮੀਡੀਆ 'ਤੇ ਸੁਣ ਹੀ ਲਏ ਹੋਣੇ, ਸਾਰੀਆਂ ਵੀਡੀਓ ਸੁਣੀਆਂ ਹੋਣੀਆਂ ਉਹਨਾਂ ਦੀਆਂ। ਇੱਕ ਸਭ ਤੋਂ ਜ਼ਿਆਦਾ ਭਾਵਕ ਉਹਨਾਂ ਦੇ ਉਹ ਪੋਸਟ ਦਿਖਾਉਂਦੇ ਹੋਏ ਕਰਦੇ ਨੇ ਜਦੋਂ ਇੱਕ ਕਰੋਨਾ ਦੇ ਸਮੇਂ ਅਸੀਂ ਦੇਖਿਆ ਸੀ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਸਖਤੀ ਕਰੀ ਸੀ। ਉਦੋਂ ਲੋਕ ਵੀ ਕਹਿੰਦੇ ਹੁੰਦੇ ਸੀਗੇ ਕਿ ਘਰੋਂ ਜਿਹੜਾ ਬਾਹਰ ਨਿਕਲਦਾ ਹੈ ਤਾਂ ਇਹ ਲੋਕਾਂ ਦੀ ਜਾਨ ਦੇ ਦੁਸ਼ਮਣ ਬਣ ਰਹੇ ਨੇ, ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਈ ਅਜਿਹੀਆਂ ਭਾਵਕ ਪੋਸਟਾਂ ਵੀ ਆਈਆਂ ਸੀ ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਕਈ ਗਰੀਬਾਂ ਨਾਲ ਧੱਕਾ ਹੋ ਗਿਆ। ਉਹੋ ਜਿਹੀ ਇੱਕ ਪੋਸਟ ਜਿਹੜੀ ਮੈਂ ਸਾਈਡ 'ਤੇ ਚਲਾ ਵੀ ਰਿਹਾ ਕਿ SHO ਨਵਦੀਪ ਸਿੰਘ ਦੀ ਵੀ ਸੀ ਜਿਹਦੇ ਵਿੱਚ ਉਹ ਰੇਹੜੀ ਨੂੰ ਲੱਤ ਮਾਰ ਰਹੇ ਸੀ। ਹੁਣ ਇੱਕ ਤਾਂ ਮੈਸੇਜ ਵੀ ਇਹ ਵੀ ਵਾਇਰਲ ਹੋ ਰਿਹਾ ਹੈ ਕਿਉਂਕਿ ਲੋਕ ਲਗਾਤਾਰ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ। ਇਸੇ ਤੋਂ ਸੁਖਵਿੰਦਰ ਕੌਰ ਜਿਹੜੇ ਨਵਦੀਪ ਸਿੰਘ ਦੇ ਵਾਈਫ ਨੇ ਉਹ ਜੀ ਤੋਂ ਪਰੇਸ਼ਾਨ ਹੋ ਕੇ ਬਾਹਰ ਨਿਕਲੇ ਕਿਉਂਕਿ ਲਗਾਤਾਰ ਕਮੈਂਟਸ ਅਤੇ ਜਿਹੜੇ ਪ੍ਰਤੀਕਿਰਿਆਵਾਂ ਕਹਿੰਦੇ ਆ ਰਹੀਆਂ ਨੇ SHO ਨਵਦੀਪ ਸਿੰਘ ਨੂੰ ਲੈ ਕੇ ਤਾਂ ਲੋਕਾਂ ਦਾ ਗੁੱਸਾ ਬੜਾ ਫੁੱਟ ਰਿਹਾ। ਇੱਕ ਪਾਸੇ ਜਾਣ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਗੁੱਸਾ ਫੁੱਟਣਾ ਲਾਜ਼ਮੀ ਹੈ ਲੋਕਾਂ ਦਾ, ਪਰ ਦੂਜੇ ਪਾਸੇ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਸਰਾਸਰ ਧੱਕਾ ਹੋ ਰਿਹਾ। ਉਹ ਆਪਦੇ ਕਈ ਸਰਟੀਫਿਕੇਟ ਦਿਖਾ ਰਹੇ ਨੇ ਐਪਰੀਸੀਏਸ਼ਨ ਦੇ ਜਿਹੜੇ ਪੁਲਿਸ ਮਹਿਕਮੇ 'ਚ ਮਿਲਦੇ ਰਹੇ। ਖੈਰ ਅਕਸਰ ਇਹ ਦੇਖਿਆ ਪਹਿਲਾਂ ਵੀ ਕਿ ਕਈਆਂ ਨੂੰ ਐਪਰੀਸੀਏਸ਼ਨ ਮਿਲੀ ਹੁੰਦੀ ਹੈ, ਧੱਕਾ ਕਰਨ ਨੂੰ ਨਹੀਂ ਹਟਦੇ। ਖੈਰ ਨਵਦੀਪ ਸਿੰਘ ਦੇ ਮਾਮਲੇ ਦੇ ਵਿੱਚ ਕੀ ਸੱਚਿਓ ਐਂ ਹੋਇਆ ਇਹ ਇਨਵੈਸਟੀਗੇਸ਼ਨ, ਹਾਲਾਂਕਿ ਜਦੋਂ ਨਵਦੀਪ ਸਿੰਘ ਆਉਣਗੇ ਉਹ ਤਾਂ ਸਗੋਂ ਖੁਦ ਕਹਿ ਰਹੇ ਆ ਉਹਨਾਂ ਦੀ ਘਰਵਾਲੀ ਕਿ ਮੇਰੇ ਘਰ ਵਾਲੇ ਨੂੰ ਲੱਭ ਕੇ ਲੈ ਕੇ ਆਓ, ਉਦੋਂ ਬਾਅਦ ਮੈਂ ਇਨਵੈਸਟੀਗੇਸ਼ਨ ਉਹਨਾਂ ਨੂੰ ਜੁਆਇਨ ਕਰਾਵਾਂ। ਪਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਤੁਸੀਂ ਕੀ ਕਹਿ ਰਹੇ ਹੋ ਕਿ ਪਤਨੀਆਂ ਦਾ ਫਰਜ਼ ਬਿਲਕੁਲ ਹੁੰਦਾ ਹੈ ਕਿ ਆਪਦੇ ਘਰ ਵਾਲੇ ਨੂੰ ਉਹ ਬਚਾਉਂਦੀਆਂ ਨੇਗੀਆਂ। ਆਮ ਤੌਰ 'ਤੇ ਵੀ ਅਸੀਂ ਦੇਖਿਆ ਕਿ ਜਦੋਂ ਕਿਤੇ ਵੀ ਕੋਈ ਬੰਦੇ ਦੀ ਲੜਾਈ ਹੋ ਜਾਏ ਤਾਂ ਉਹਦੀ ਵਾਈਫ ਹੈ ਜਿਹੜੀ ਉਹ ਵੀ ਉਨਾ ਹੀ ਡਟ ਕੇ ਖੜ੍ਹਦੀ ਹੈ। ਖੈਰ ਜਿਹੜਾ ਇਹ ਜੇ ਕਿਹਾ ਜਾਵੇ ਲਾਵਾਂ ਅਤੇ ਫੇਰਿਆਂ ਦਾ ਜਿਹੜਾ ਬੰਧਨ ਆ ਉਹ ਹੈਗਾ ਹੀ ਇਸ ਤਰ੍ਹਾਂ ਦਾ ਜਿਹਦੇ ਵਿੱਚ ਉਸ ਸਮੇਂ ਦੇ ਦੌਰਾਨ ਵੀ ਵਚਨ ਲਏ ਜਾਂਦੇ ਨੇ। ਪਰ ਗੱਲ ਇਹ ਕਿ ਇਹ ਜਿਹੜੇ ਦੋ ਸ਼ਖਸ ਇਸ ਸਮੇਂ ਪੂਰੀ ਚਰਚਾ 'ਚ ਨੇ, ਇੱਕ ਪਟਵਾਰੀ ਇੱਕ SHO, ਤਾਂ ਕੀ ਸੱਚਿਓ ਲੋਕਾਂ ਦੇ ਜਿਹੜਾ ਫੁੱਟ ਰਿਹਾ ਗੁੱਸਾ ਹੈ ਉਹਦੇ 'ਤੇ ਇਹਨਾਂ ਦੀ ਨਾਰਾਜ਼ਗੀ ਜਤਾਉਣਾ ਜਾਇਜ਼ ਹੈ? ਕਿ ਇਹ ਜਿਸ ਤਰ੍ਹਾਂ ਦੇ ਨਾਲ ਲੋਕ ਹੁਣ ਕਮੈਂਟ ਕਰ ਰਹੇ ਨੇ, ਕਿਉਂਕਿ ਆਮ ਤੌਰ 'ਤੇ ਮੈਂ ਵੀ ਬੜੀ ਸਖਤੀ ਦੇ ਨਾਲ ਜਦੋਂ ਇਹ ਬੋਲਦਾ ਹੁੰਦਾ ਤਾਂ ਉਹਦੇ ਵਿੱਚ ਇਹ ਤੌਰ 'ਤੇ ਹੁੰਦਾ ਵੀ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੇ ਪਰਿਵਾਰ ਦੇ ਨਾਲ, ਕਿਉਂਕਿ ਪਰੇਸ਼ਾਨ ਕਰਨ ਵਾਲੇ ਸ਼ਖਸ ਨੇ ਕਦੇ ਇਹ ਨਹੀਂ ਦੇਖਿਆ ਹੁੰਦਾ ਵੀ ਉਹਨਾਂ ਦਾ ਵੀ ਪਰਿਵਾਰ ਆ, ਉਹਨਾਂ ਦੇ ਨਾਲ ਵੀ ਧੱਕਾ ਹੋ ਸਕਦਾ, ਉਹਨਾਂ ਦੇ ਨਾਲ ਵੀ ਜੋ ਬੀਤ ਰਹੀ ਆ ਉਹਨਾਂ ਦੇ ਪਰਿਵਾਰ 'ਤੇ ਕੀ ਬੀਤ ਰਹੀ ਹੋਣੀ ਆ। ਜਦੋਂ ਖੁਦ 'ਤੇ ਪੈਂਦੀ ਆ ਤਾਂ ਉਦੋਂ ਹਾਲਾਤ ਕੁਝ ਇਸ ਤਰ੍ਹਾਂ ਦੀ ਹੁੰਦੇ ਨੇ ਜਿਹੋ ਜਿਹੇ ਹੁਣ ਬਣੇ ਹੋਏ ਨੇ। ਚਾਹੇ ਨਵਦੀਪ ਸਿੰਘ SHO ਦੀ ਗੱਲ ਕੀਤੀ ਜਾਵੇ ਉਹਨਾਂ ਦੇ ਪਰਿਵਾਰ ਦੇ, ਅਤੇ ਚਾਹੇ ਬਲਕਾਰ ਸਿੰਘ ਦੀ ਗੱਲ ਹੋਵੇ। ਬਲਕਾਰ ਸਿੰਘ ਦੇ ਪਰਿਵਾਰ ਨਾਲ ਜੋ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਹਾਲਾਂਕਿ ਇਸ ਚੀਜ਼ ਦਾ ਤਰਕ ਦਿੱਤਾ। ਜੇ ਪਟਵਾਰੀ ਬਲਕਾਰ ਸਿੰਘ ਦੀ ਗੱਲ ਕਰੀਏ, ਪਟਵਾਰੀਆਂ ਦੇ ਰਸੂਖ ਉਹਨਾਂ ਦੇ ਸਲੂਕ ਦੋਨਾਂ ਨੂੰ ਚੀਜ਼ ਭਲੀ ਭਾਂਤੀ ਲੋਕ ਸਮਝਦੇ ਨੇ। ਜਦੋਂ ਕੰਮ ਕਰਾਉਣ ਉਹਨਾਂ ਕੋਲ ਜਾਂਦੇ ਨੇ ਤਾਂ ਪਟਵਾਰੀ ਸਾਹਿਬ ਦਾ ਰਵੱਈਆ ਬਹੁਤ ਜਿਹੜੇ ਚੰਗੇ ਨੇ ਉਹਨਾਂ ਨੂੰ ਛੱਡ ਕੇ ਜਿਹੜਿਆਂ ਦੇ ਲਾਲਚ ਨੇ ਉਹਨਾਂ ਨੂੰ ਲੈ ਕੇ ਦੇਖਿਆ ਜਾ ਸਕਦਾ ਬਈ ਮਿੱਤਰੋ ਉਹਨਾਂ ਦੇ ਕਿਸੇ ਤਰ੍ਹਾਂ ਦੀ ਲਿਹਾਜ਼ ਕੀਤੀ ਨਹੀਂ ਜਾ ਸਕਦੀ ਹੈਗੀ। ਪਰ ਗੱਲ ਇਹ ਵੀ ਉਰੇ ਵੀ ਪਤਨੀ ਇੱਕ ਆਪਦੇ ਪਤੀ ਦੇ ਉਹਨਾਂ ਤਮਾਮ ਸਬੂਤਾਂ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਪਹੁੰਚਦੀ ਆ ਜਦੋਂ ਪੂਰਾ ਤਾਮ ਝਾਮ
ਪਟਵਾਰੀ ਬਲਕਾਰ ਸਿੰਘ ਦੇ ਉਲਟ ਹੁੰਦਾ ਹੈ ਕਿ ਆਖਰ ਪਟਵਾਰੀ ਬਲਕਾਰ ਸਿੰਘ ਨੇ ਇੰਨੀ ਜਾਇਦਾਦ ਬਣਾਈ ਕਿਵੇਂ। ਗੱਲ ਉੱਡੀ ਕਿ 55 ਏਕੜ ਦੇ ਕਰੀਬ ਉਹਦੇ ਕੋਲ ਜ਼ਮੀਨ ਜਾਇਦਾਦ ਹੈ, ਪਰ ਜਿਹੜਾ ਹਾਲਾਤ ਪਰਿਵਾਰ ਨੇ ਦੱਸੇ ਉਹ ਮੈਂ ਤੁਹਾਡੇ ਨਾਲ ਬਿਆਨ ਕਰਦਾ, ਤਾਂ ਤੁਸੀਂ ਵੀ ਇਹਦੇ ਨੀਚੇ ਕਮੈਂਟ ਕਰਕੇ ਦੱਸਿਓ ਕਿ ਪਟਵਾਰੀ ਸਾਹਿਬ ਦੀ ਇੰਨੀ ਮਿਹਨਤਕਸ਼ੀ ਦੇ ਕਰਕੇ ਹੀ ਕਿ ਉਹਨਾਂ ਨੇ ਇਹ ਪ੍ਰਾਪਰਟੀ ਬਣਾਈ ਹੈ। ਪਰਿਵਾਰ ਨੇ ਸਾਫ਼ ਤੌਰ 'ਤੇ ਝੁਟਲਾਇਆ ਕਿ 55 ਏਕੜ ਸਾਡੇ ਕੋਲ ਕੋਈ ਨਹੀਂ ਹੈਗੀ, ਜੇ ਸਾਡੇ ਕੋਲ 32.5 ਏਕੜ ਦੇ ਕਰੀਬ ਹੈ ਜਾਂ 32 ਏਕੜ ਕਹਿ ਲਈਏ ਉਹਨੂੰ, ਕਿ ਉਹ ਜੇ ਉਸ ਤੋਂ ਜ਼ਿਆਦਾ ਕੋਈ ਹੈਗੀ ਹੈ ਤਾਂ ਉਹ ਕਹਿੰਦੇ ਵੀ ਤੁਸੀਂ ਲੈ ਲਓ, ਸਾਨੂੰ ਕੋਈ ਉਹ ਨਹੀਂ ਹੈਗਾ, ਅਸੀਂ ਚੈਲੰਜ ਕਰਦੇ ਹਾਂ। ਉਹਨਾਂ ਦੀ ਪਤਨੀ ਨੇ ਚੈਲੰਜ ਕਰਿਆ ਇਸ ਚੀਜ਼ ਨੂੰ ਲੈ ਕੇ। ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਨਵਦੀਪ ਸਿੰਘ SHO ਦੀ ਪਤਨੀ ਵੀ ਇਹੀ ਗੱਲ ਕਹਿੰਦੇ ਆ ਕਿ ਇਹਦੇ 'ਚ ਸਿਆਸਤ ਬਣ ਰਹੀ ਹੈ। ਸੇਮ ਗੱਲ ਪਟਵਾਰੀ ਬਲਕਾਰ ਸਿੰਘ ਦੀ ਪਤਨੀ ਪ੍ਰਦੀਪ ਕੌਰ ਦਾ ਕਹਿਣਾ ਹੈ ਕਿ ਸਿਆਸਤ ਬੜੀ ਹੋਈ ਹੈ। ਪਰ ਗੱਲ ਇਹ ਵੀ ਮਿੱਤਰੋ ਕਿ ਸਿਆਸਤ ਤੋਂ ਬਿਨਾਂ ਜੇ ਪਰੇ ਹੋ ਕੇ ਦੇਖੀਏ, ਉਹ ਕਹਿੰਦੇ ਨੇ ਵੀ ਜਦੋਂ ਛੋਟੇ ਜਿਹੇ ਹੁੰਦੇ ਸੀ ਉਦੋਂ ਤਕਰੀਬਨ 4 ਏਕੜ ਇਹਨਾਂ ਕੋਲ ਜ਼ਮੀਨ ਜਾਇਦਾਦ ਸੀਗੀ। ਉਹਨਾਂ 'ਤੇ ਉਹ ਕਹਿੰਦੇ ਨੇ ਵੀ ਅੱਤਵਾਦ ਦਾ ਹਮਲਾ ਹੁੰਦਾ ਹੈ, ਖੜਕੂਵਾਦ ਦਾ ਹਮਲਾ ਹੁੰਦਾ, ਉਹਨਾਂ 'ਚ ਪਿਤਾ ਦੀ ਜਾਨ ਚਲੀ ਜਾਂਦੀ ਹੈ, ਸਰਕਾਰ ਮਦਦ ਕਰਦੀ ਹੈ, ਉਦੋਂ ਬਾਅਦ ਪੈਨਸ਼ਨ ਉਹਨਾਂ ਦੀ ਮਾਤਾ ਜੀ ਦੀ ਲੱਗ ਜਾਂਦੀ ਹੈ, ਮਾਮਾ ਜੀ ਆ ਕੇ ਕਹਿੰਦੇ ਸਾਡੇ ਰਹਿਣ ਲੱਗ ਜਾਂਦੇ ਨੇ ਕਿਉਂਕਿ ਘਰ 'ਚ ਵੱਡਾ ਕੋਈ ਨਹੀਂ ਸੀ, ਸਾਰੇ ਜਵਾਕ ਛੋਟੇ ਸੀਗੇ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਵਾਧਾ ਕਹਿੰਦੇ ਇਹਨਾਂ ਨੇ ਅਸਲ ਪ੍ਰੋਪਰਟੀ ਕਹਿੰਦੇ ਜਿਹੜੀ ਅਸੀਂ ਬਣਾਈ ਉਹਦਾ ਉਹਨਾਂ ਨੇ ਇੱਕ ਜਿਵੇਂ ਕਹਿ ਦਈਏ ਵੀ ਅਸੀਂ ਕਹਿੰਦੇ ਵੈਲ ਮੈਨੇਜਮੈਂਟ ਸਿਸਟਮ ਦੇ ਨਾਲ ਚੱਲੇ ਹਾਂ। ਉਹਦੇ 'ਚ ਪਹਿਲਾਂ ਮਾਤਾ ਜੀ ਕੋਲ ਸੀ ਸਾਰਾ ਕੁਛ, ਮਾਤਾ ਜੀ ਤੋਂ ਬਾਅਦ ਜੇ ਕਿਹਾ ਜਾਵੇ ਹੁਣ ਇਹ ਦਿਖਦੇ ਨੇ ਪਟਵਾਰੀ ਸਾਹਿਬ ਦੇ ਭਾਈ ਇੱਕ ਸਰਕਾਰੀ ਮਾਸਟਰ ਨੇਗੇ, ਉਹਨਾਂ ਦੀ ਵੀ ਸਵਾ ਲੱਖ ਰੁਪਈਆ ਜਿੰਨੀ ਕੁ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਸੀ ਕਿ ਇੰਨੀ ਕੁ ਤਨਖਾਹ ਮੇਰੀ। ਪਟਵਾਰੀ ਸਾਹਿਬ ਦੀ ਮੈਂ ਪੁੱਛਿਆ ਸੀ, ਕਹਿੰਦੇ 70-75 ਹਜ਼ਾਰ ਰੁਪਈਆ ਤਨਖਾਹ ਹੈ। ਅਤੇ ਇੱਕ ਜਿਹੜਾ ਉਹਨਾਂ ਦਾ ਭਾਈ ਹੈ ਉਹ ਜਿਹੜਾ ਜ਼ਮੀਨ ਆਹੀ ਕਹਿ ਸਕਦੇ ਹਾਂ ਵੀ ਜ਼ਮੀਨ ਖੇਤੀ ਕਰਦਾ ਗਾ। ਹੁਣ ਗੱਲ ਇਹ ਕਿ ਇਹ ਜਿਹੜੀ ਜ਼ਮੀਨ ਜਿਸ ਤਰ੍ਹਾਂ ਦੇ ਨਾਲ ਬਣਦੀ ਗਈ, ਜੇ 32 ਏਕੜ ਦੀ ਵੀ ਗੱਲ ਕਰ ਲਈਏ ਤਾਂ ਉਹਨਾਂ ਦਾ ਪਲਾਨ ਇਹ ਦੱਸਿਆ ਉਹਨਾਂ ਨੇ, ਕਹਿੰਦੇ ਵੀ ਅਸੀਂ ਜਿਵੇਂ ਮਾੜੀ ਜ਼ਮੀਨ ਲੈ ਲਈ, ਜਿਵੇਂ ਹੁਣ ਹੁੰਦਾ ਵੀ ਇਹ ਲੈ ਲਓ ਤੁਸੀਂ 20-22 ਲੱਖ ਦੀ ਜਾਂ 18 ਲੱਖ ਦੀ ਕੋਈ ਇਸ ਤਰ੍ਹਾਂ ਦੀ ਘੱਟ ਰੇਟ ਦੀ ਲੈ ਲਈਏ, ਤਾਂ ਉਹ ਜਿਹੜੀਆਂ ਬੰਜਰ ਜਿਨ੍ਹਾਂ ਨੂੰ ਕਲਰ ਜ਼ਮੀਨਾਂ ਅੱਗੇ ਕਹਿੰਦੇ ਸੀਗੇ ਕਿ ਉਹ ਜ਼ਮੀਨਾਂ ਅਸੀਂ ਲਈਆਂ, ਉਦੋਂ ਬਾਅਦ ਉਹਨਾਂ ਨੂੰ ਅਸੀਂ ਸਿੰਚਿਆ, ਉਦੋਂ ਬਾਅਦ ਦੇ ਵਿੱਚ ਮਿਹਨਤ ਕਰੀ ਉਹਦੇ 'ਤੇ, ਜਦੋਂ ਹਰੀ ਭਰੀ ਜ਼ਮੀਨ ਹੋ ਗਈ ਤਾਂ ਉਹਦਾ ਰੇਟ ਵੱਧ ਗਿਆ ਸੀ, ਫਿਰ ਵੇਚਤੀ। ਇਸੇ ਤਰ੍ਹਾਂ ਦੇ ਨਾਲ ਕਮਾਈ ਕਰ ਅਸੀਂ ਜ਼ਮੀਨਾਂ ਅੱਗੇ ਬਣਾਈਆਂ ਨੇ। ਫਿਰ 50,000 ਤੱਕ ਉਹਨਾਂ ਨੇ ਕਿਹਾ, ਕਹਿੰਦੇ ਅਸੀਂ 50,000 ਰੁਪਏ ਦਾ ਤਾਂ ਦੁੱਧ ਮਹੀਨੇ ਦਾ ਪਾ ਦਿੰਦੇ ਹਾਂ, 6 ਤੋਂ 7 ਲੱਖ ਦੀ ਤੂੜੀ ਜਿਹੜੀ ਹਜੇ ਵੀ ਕਹਿੰਦੇ ਸਾਡੇ ਖੇਤ 'ਚ ਪਈ ਹੈ, ਤਾਂ ਇਹਨਾਂ ਦਾ ਹਿਸਾਬ ਤੱਕ ਤੇ ਆਉਂਦਾ ਹੀ ਨਹੀਂਗਾ। ਹੁਣ ਗੱਲ ਮਿੱਤਰੋ ਇਹ ਹੈ ਵੀ ਇਹ ਗੱਲਾਂ ਦੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਦੱਸਿਆ ਤਾਂ ਗੱਲ ਯਕੀਨ ਕਿੰਨਾ ਹੋਵੇ, ਕਿਉਂਕਿ ਵਿਜੀਲੈਂਸ ਵੀ ਜੇ ਦੇਖਿਆ ਜਾਵੇ ਪਰਚਾ ਇੰਨੇ ਸੌਖੇ ਨਹੀਂ ਦਿੰਦੀ ਹੈਗੀ, ਅਤੇ ਉਹ ਵੀ ਤੱਥ ਜੁਟਾਏ ਬਿਨਾਂ ਗੱਲ ਨਹੀਂ ਕੀ ਕਰਦੀ। ਹੁਣ ਇਹਨਾਂ ਦੋਨਾਂ ਮਾਮਲਿਆਂ 'ਚ ਦੇਖਿਆ ਜਾਵੇ ਪਤਨੀਆਂ ਸਾਹਮਣੇ ਚੱਟਾਨ ਵਾਂਗ ਆਪਦੇ ਪਤੀਆਂ ਦੇ ਨਾਲ ਖੜੀਆਂ ਨੇ ਆ ਕੇ, ਜਿਹਦੇ ਵਿੱਚ ਆਰੋਪ ਵੱਡੇ ਨੇ। ਪਟਵਾਰੀ ਬਲਕਾਰ ਸਿੰਘ ਦੀ ਗੱਲ ਹੋਵੇ, ਉਹਨਾਂ ਦੀ ਪਤਨੀ ਪ੍ਰਦੀਪ ਕੌਰ ਦੀ, ਉੱਧਰ SHO ਨਵਦੀਪ ਸਿੰਘ ਦੀ ਗੱਲ ਹੋਵੇ, ਉਹਨਾਂ ਦੀ ਪਤਨੀ ਸੁਖਵਿੰਦਰ ਕੌਰ ਦੀ। ਹੁਣ ਇਹਨਾਂ ਦੇ ਵਿੱਚ ਜੇ ਕਿਹਾ ਜਾਵੇ ਲੋਕਾਂ ਦੇ ਨਾਲ ਉਹਨਾਂ ਦਾ ਇੱਕ ਚਲੋ ਇਹ ਤਾਂ ਇੱਕ ਇਹ ਹੈ ਵੀ ਜਿਹੜਾ ਉਹਨਾਂ ਨੂੰ ਇਨਸਾਫ ਮਿਲਣਾ ਉਹ ਮਿਲਣਾ ਸਰਕਾਰਾਂ ਤੋਂ, ਪ੍ਰਸ਼ਾਸਨ ਤੋਂ, ਇਨਵੈਸਟੀਗੇਸ਼ਨ ਤੋਂ, ਫਿਰ ਕੋਰਟਾਂ ਤੋਂ। ਪਰ ਦੂਜੇ ਪਾਸੇ ਜਿਹੜਾ ਇੱਕ ਉਹਨਾਂ ਦਾ ਗੁੱਸਾ ਹੈ ਉਹ ਹੈਗਾ ਲੋਕਾਂ ਦੇ ਨਾਲ। ਉਹ ਕਹਿੰਦੇ ਲੋਕਾਂ ਨੇ ਇੰਨਾ ਭਲਾ ਮਾੜਾ ਸਾਨੂੰ ਲਿਖਿਆ, ਕਮੈਂਟਾਂ ਦੇ ਵਿੱਚ ਲਿਖਿਆ ਹੈ ਜਾਂ ਲੋਕ ਬੋਲ ਰਹੇ ਨੇ ਕਿ ਉਹਦੇ 'ਚ ਸਾਡੇ ਕਿਤੇ ਨਾ ਕਿਤੇ ਭਾਵਕ ਤੌਰ 'ਤੇ ਸਾਡੇ ਪਰਿਵਾਰ ਇਫੈਕਟਡ ਹੋ ਰਹੇ ਨੇਗੇ। ਹੁਣ SHO ਨਵਦੀਪ ਸਿੰਘ ਦੀ ਪਤਨੀ ਨੇ ਵੀ ਜਿਵੇਂ ਕਿਹਾ ਕਿ ਸਾਡੇ ਬੱਚੇ ਪੁੱਛਦੇ ਨੇ ਕਿ ਮੇਰੇ ਪਿਤਾ ਵੀ ਸਾਡੇ ਜਿਹੜੇ ਡੈਡੀ ਨੇਗੇ, ਪਿਤਾ ਨੇਗੇ, ਉਹ ਕੀ ਉਸ ਸ਼ਖਸ ਦੇ ਕਾਤਲ ਨੇ ਜਿਹੜਾ ਉਹਨਾਂ ਨੂੰ ਮਿਲਿਆ ਵੀ ਨਹੀਂ ਹੈਗਾ। ਤਰਕ ਉਹਨਾਂ ਦੇ ਕਈ ਨੇ ਆਪਦੇ ਥਾਵੇਂ। ਤਾਂ ਹੁਣ ਤੁਸੀਂ ਕਮੈਂਟ ਕਰਕੇ ਰਾਏ ਵੀ ਸਾਂਝੇ ਦਿਓ, ਅਤੇ ਇਹਨਾਂ ਪਤਨੀਆਂ ਦਾ ਬਾਰੇ ਤੁਸੀਂ ਕੀ ਕਹੋਗੇ ਕਿ ਜਿਹੜੀਆਂ ਬਿਲਕੁਲ ਸਹੀ ਹੈ ਕਿ ਘਰ ਵਾਲੇ ਦੇ ਨਾਲ ਖੜਨਾ ਚਾਹੀਦਾ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਦੂਜੇ ਪਾਸੇ ਉਹਨਾਂ ਦਾ ਗੁੱਸਾ ਵੀ ਇੱਕ ਜਗ੍ਹਾ 'ਤੇ ਜਾਇਜ਼ ਮੰਨਿਆ ਜਾ ਸਕਦਾ ਕਿਉਂਕਿ ਪਰਿਵਾਰ 'ਤੇ ਬੀਤਦੀ ਆ। ਇਹਨਾਂ ਨੇ ਕਰਿਆ ਮਾੜਾ ਨਾ ਕਰਿਆ ਹਜੇ ਇਨਵੈਸਟੀਗੇਸ਼ਨਾਂ ਨੇ, ਪਰ ਗੱਲ ਇਹ ਹੈ ਵੀ ਜਦੋਂ ਪੈਂਦੀ ਆ ਉਦੋਂ ਪਤਾ ਲੱਗਦਾ ਵੀ ਕੀ ਹਾਲਾਤ ਬਣਦੇ ਨੇ ਕਿਸੇ 'ਤੇ ਵੀ। ਉਹ ਰੇਹੜੀ ਨੂੰ ਲੱਤ ਮਾਰਨ ਵਾਲੀ ਜਿਹੜਾ ਫੋਟੋ ਹੈ ਉਹਨਾਂ ਦੀ ਲਗਾਤਾਰ ਵਾਇਰਲ ਹੋ ਰਹੀ ਆ, ਉਹਨਾਂ 'ਤੇ ਵੀ ਉਹਨਾਂ ਨੇ ਗੁੱਸਾ ਜ਼ਾਹਰ ਕਰਿਆ ਕਿ ਉਸ ਸਮੇਂ ਦੇ ਦੌਰਾਨ ਇਹ ਫੋਟੋ ਤਾਂ ਵਾਇਰਲ ਕਰੀ ਜਾਂਦੇ ਹੋ, ਪਰ ਜਿਹੜੇ ਉਹਨਾਂ ਨੂੰ ਐਪਰੀਸੀਏਸ਼ਨ ਲੈਟਰ ਉਸ ਸਮੇਂ ਕਰੋਨਾ ਵੇਲੇ ਵੀ ਮਿਲੇ, ਫਿਰ CM ਸਾਹਿਬ ਤੋਂ ਵੀ ਮਿਲੇ, CM ਕੈਪਟਨ ਅਮਰਿੰਦਰ ਸਿੰਘ ਸੀ ਉਦੋਂ, ਫਿਰ CM ਡਿਸਕ ਜਾਣੀ ਕਿ ਜਿਹੜੀ ਮਿਲਦੀ ਹੁੰਦੀ ਹੈਗੀ ਉਰੇ ਲੱਗੀ ਹੁੰਦੀ ਹੈਗੀ ਪੁਲਿਸ ਵਾਲਿਆਂ ਦੇ, ਅਤੇ ਉਦੋਂ ਬਾਅਦ 'ਚ ਐਪਰੀਸੀਏਸ਼ਨ ਲੈਟਰ ਮਿਲਦੇ ਨੇ। ਇਹੀ ਗੱਲ ਪਟਵਾਰੀ ਬਲਕਾਰ ਸਿੰਘ ਦੇ ਵਾਈਫ ਵੀ ਕਹਿੰਦੇ ਨੇ ਵੀ ਲਗਾਤਾਰ ਉਹਨਾਂ ਦੀ ਮਿਹਨਤ ਨੂੰ ਕਿਸੇ ਨੇ ਨਹੀਂ ਦੇਖਿਆ, ਉਹਨਾਂ ਦਾ ਉਹ ਜਿਹੜੀ ਇੱਕ ਲਾਗ ਡਾਟ ਦਾ ਸ਼ਿਕਾਰ ਹੋਏ ਨੇ। ਕਮੈਂਟ ਕਰਕੇ ਰਾਏ ਦਿਓ ਕਿ ਜਦੋਂ ਇਹਨਾਂ ਪਰਿਵਾਰਾਂ 'ਤੇ ਪਈ ਹੈ, ਖੈਰ ਪਤਨੀਆਂ ਦੇ ਰੋਲ ਨੂੰ ਇੱਕ ਐਪਰੀਸ਼ੀਏਟ ਕਰਨਾ ਬਣਦਾ ਕਿ ਘਰ ਵਾਲੇ ਦੇ ਨਾਲ ਡਟ ਕੇ ਖੜੀਆਂ ਨੇਗੀਆਂ। ਲੋਕ ਕੀ ਸੋਚਦੇ ਨੇ ਇਸ ਬਾਰੇ ਤੁਸੀਂ ਰਾਏ ਸਾਂਝੀ ਕਰਿਓ, ਕਿਉਂਕਿ ਮੈਨੂੰ ਬੜਾ ਲੱਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਦੋ ਮਾਮਲੇ ਬਹੁਤ ਚਰਚਿਤ ਨੇ ਤਾਂ ਉਹਨਾਂ ਦੇ ਵਿੱਚ ਪਤਨੀਆਂ ਦਾ ਰੋਲ ਬੜਾ ਅਹਿਮ ਦੇਖਣ ਨੂੰ ਮਿਲਿਆ। ਬਾਕੀ ਤੁਸੀਂ ਆਪਦੀ ਰਾਏ ਸਾਂਝੀ ਕਰਿਓ, ਤੁਸੀਂ ਕੀ ਦੇਖਦੇ ਹੋ ਇਸ ਪੂਰੇ ਮਾਮਲਿਆਂ ਦੇ ਵਿੱਚ, ਕਿਉਂਕਿ ਦੋਨੇ ਮਾਮਲੇ ਹਿੱਟ ਲਿਸਟ 'ਤੇ ਇਸ ਟਾਈਮ ਚੱਲ ਰਹੇ ਨੇਗੇ। ਧੰਨਵਾਦ।